ਤੇ ਖਬਰ ਅੰਮ੍ਰਿਤਸਰ ਤੋਂ ਹੈ। ਅੰਮ੍ਰਿਤਸਰ ਦੇ ਵਿੱਚ ਕਣਕ ਦੇ ਸਟਾਕ ਦੇ ਵਿੱਚ ਗੜਬੜੀ ਦੇ ਮਾਮਲੇ ਦੇ ਵਿੱਚ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੱਡੀ ਕਾਰਵਾਈ ਕੀਤੀ ਹੈ। ਡੀਐਫਐਸਓ ਅਮਰਿੰਦਰ ਸਿੰਘ ਤੇ ਏਐਫਐਸਓ ਅਰਸ਼ਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਡੀਐਫਐਸਸੀ ਰਾਜਰਿਸ਼ੀ ਮਹਿਰਾ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ। ਸਾਬਕਾ ਡੀਐਫਐਸਸੀ ਜਸਜੀਤ ਕੌਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਜੰਡਿਆਲਾ ਗੁਰੂ ਕੇਂਦਰ ਦੇ ਵਿੱਚ ਕਣਕ ਦੇ ਸਟਾਕ ਦੇ ਵਿੱਚ ਗੜਬੜੀ ਸਾਹਮਣੇ ਆਈ ਸੀ। 20 ਕਰੋੜ ਦੇ ਸਰਕਾਰੀ ਅਨਾਜ ਦੀ ਹੇਰਾਫੇਰੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਹੋਈ ਹੈ। ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ ਮੰਤਰੀ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਡੀਐਫਐਸਓ ਅਮਰਿੰਦਰ ਸਿੰਘ ਤੇ ਏਐਫਐਸਓ ਅਰਸ਼ਦੀਪ ਨੂੰ ਸਸਪੈਂਡ ਕੀਤਾ ਗਿਆ ਹੈ। ਤੇ ਇਸੇ ਖਬਰ ਤੇ ਹੋਰ ਗੱਲਬਾਤ ਦੇ ਲਈ ਸਾਡੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੁੜੇ ਹੋਏ ਨੇ। ਸਰ ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਕੀ ਕੁਝ ਅੰਦਾਜ਼ਾ ਹੈ ਜਿਹੜਾ ਹੁਣ ਤੱਕ ਲਾਇਆ ਗਿਆ ਹੈ, ਜਿਵੇਂ 20 ਕਰੋੜ ਦੀ ਸਰਕਾਰੀ ਅਨਾਜ ਦੀ ਜਿਹੜੀ ਖਦਸ਼ਾ ਜਤਾਇਆ ਜਾ ਰਿਹਾ ਉਸ ਦੀ ਹੇਰਾਫੇਰੀ ਦਾ, ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ? ਜੀ ਜਿਹੜਾ ਇਹ ਇੱਕ ਇਸ਼ੂ ਆਇਆ ਬੜਾ ਮੰਦਭਾਗਾ ਸੀਗਾ। ਇੱਕ ਇੰਸਪੈਕਟਰ ਉਹਨੇ ਕੁਝ ਨਾ ਕੁਝ ਗੜਬੜ ਕੀਤੀ। ਜਿਹੜੀ ਪ੍ਰੀਲਿਮਿਨਰੀ ਇਨਕੁਆਇਰੀ ਚ ਹੁਣ ਤਾਈਂ ਰਿਪੋਰਟਸ ਆਈਆਂ, ਅਸੀਂ ਉਹਦੇ ਚ ਜਿਹੜੇ ਜ਼ਿੰਮੇਵਾਰੀ ਅਧਿਕਾਰੀ ਆ ਉਹਨਾਂ ਦੇ ਅਗੇਂਸਟ ਬੜੀ ਸਖਤ ਕਾਰਵਾਈ ਕਰ ਰਹੇ ਹਾਂ। ਇੱਕ ਇੰਸਪੈਕਟਰ, ਇੱਕ ਏਐਫਐਸਓ, ਡੀਐਫਐਸਓ ਅਸੀਂ ਮੁਅੱਤਲ ਕਰ ਦਿੱਤੇ ਹੈ ਤੇ ਨਾਲ ਜਿਹੜਾ ਪ੍ਰੈਜ਼ੈਂਟ ਡੀਐਫਐਸਸੀ ਹੈ ਔਰ ਇਸ ਤੋਂ ਪਹਿਲਾਂ ਦੇ ਡੀਐਫਐਸਸੀ ਸੀ ਉਹਨਾਂ ਨੂੰ ਚਾਰਜ ਸ਼ੀਟ ਕਰਤਾ ਹੈ। ਹਲੇ ਵੀ ਇਨਕੁਆਇਰੀ ਚੱਲਦੀ ਹੈ। ਕੀ ਮਾਡਲ ਸੀਗਾ, ਕਿਸ ਤਰੀਕੇ ਉਹਨੇ ਚੋਰੀ ਕਰੀ ਹੈ, ਕਿੱਥੇ ਚੋਰੀ ਕਰੀ ਹੈ, ਪੁਲਿਸ ਕੋਲ ਐਫਆਈਆਰ ਰਜਿਸਟਰ ਕਰਵਾ ਦਿੱਤੀ ਗਈ ਹੈ ਤੇ ਸਾਰਾ ਕੇਸ ਅਸੀਂ ਵਿਜੀਲੈਂਸ ਨੂੰ ਹੈਂਡਓਵਰ ਕਰ ਰਹੇ ਹਾਂ ਤਾਂ ਕਿ ਸਾਰੇ ਤੱਥ ਸਾਹਮਣੇ ਆ ਸਕਣ। ਜਿਹੜਾ ਵੀ ਬੰਦਾ ਇਹਦੇ ਚ ਇਨਵੋਲਵ ਮਿਲਿਆ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਹੈ, ਤਾਂ ਕਿ ਇੱਕ ਮੈਸੇਜ ਸਾਰੇ ਡਿਪਾਰਟਮੈਂਟ ਨੂੰ ਕਲੀਅਰ ਹੋ ਜਾਏ ਵੀ ਇਸ ਕਰਪਸ਼ਨ ਤੇ ਔਰ ਚੋਰੀ ਤੇ ਜ਼ੀਰੋ ਟੋਲਰੈਂਸ ਹੈ, ਬਿਲਕੁਲ ਬਖਸ਼ਿਆ ਨਹੀਂ ਜਾਏਗਾ। ਜੇ ਜਿਹੜਾ ਕਸੂਰਵਾਰ ਨਿਕਲੇਗਾ ਅਸੀਂ ਉਹਨੂੰ ਮੁਅੱਤਲ ਵੀ ਕਰਾਂਗੇ। ਤੇ ਸਰ ਇਹ ਵੀ ਜਾਨਣਾ ਚਾਹਾਂਗੇ, ਸਮਝਣਾ ਚਾਹਾਂਗੇ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਗੜਬੜੀ ਦੱਸੀ ਜਾ ਰਹੀ ਹੈ, ਕਿਸ ਤਰੀਕੇ ਦੇ ਨਾਲ ਇਹ ਸਮਝ ਤੋਂ ਬਾਹਰ ਹੁੰਦਾ ਹੈ ਕਿ ਇੰਨੀ ਗੜਬੜੀ ਪਾਈ ਜਾਂਦੀ ਹੋਵੇ ਕਿਸੇ ਜਗ੍ਹਾ ਤੇ? ਬਿਲਕੁਲ, ਇਸ ਗੱਲ ਤੇ ਬਹੁਤ ਹੈਰਾਨੀ ਹੈ ਔਰ ਡਿਪਾਰਟਮੈਂਟ ਇਸੇ ਕਰਕੇ ਹੀ ਸਾਰਾ ਲੱਗਿਆ ਹੋਇਆ। ਇੱਕ ਕਮੇਟੀ ਵੀ ਅਸੀਂ ਸੀਨੀਅਰ ਆਫੀਸਰ ਦੀ ਡਿਪਾਰਟਮੈਂਟਲ ਲੈਵਲ ਤੇ ਬਣਾ ਦਿੱਤੀ ਹੈ, ਜਿਹਦੇ ਚ ਉਹਨਾਂ ਨੂੰ ਇਹ ਬਕਾਇਦਾ ਤੌਰ ਤੇ ਮੈਂਡੇਟ ਦਿੱਤਾ ਗਿਆ ਹੈ ਕਿ ਪਹਿਲਾਂ ਤਾਂ ਇਹਦੇ ਚ ਚੈੱਕ ਕਰਨਾ ਹੈ ਵੀ ਕਿਸ ਤਰੀਕੇ ਇੱਥੇ ਚੋਰੀ ਹੋਈ ਹੈ ਤੇ ਉਸ ਤੋਂ ਬਾਅਦ ਆਪਣੀਆਂ ਰਿਕਮੈਂਡੇਸ਼ਨਸ ਵੀ ਦੇਣੀਆਂ ਨੇ ਸਾਨੂੰ ਡਿਪਾਰਟਮੈਂਟ ਨੂੰ ਵੀ ਏਦਾਂ ਦੀ ਚੋਰੀ ਅੱਗੇ ਤੋਂ ਨਾ ਹੋਈ ਹੋਵੇ, ਉਹਦੇ ਵਾਸਤੇ ਕੀ ਸਟੈਪਸ ਲਿੱਤੇ ਜਾਣ। ਪਰ ਇਹ ਬੜਾ ਮੰਦਭਾਗਾ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਿਕਵਰੀ ਕਰਨ ਦੀ। ਜਿੱਥੇ ਜਿੱਥੇ ਇਹ ਕਣਕ ਹੋਣ ਦਾ ਸਾਨੂੰ ਕੋਈ ਸੁਰਾਗ ਮਿਲਦਾ ਆ ਅਸੀਂ ਉੱਥੇ ਰੇਡਸ ਵੀ ਕੰਡਕਟ ਕਰਵਾ ਰਹੇ ਹਾਂ। ਜੀ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ। ਤਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਗੱਲਬਾਤ ਕਰ ਰਹੇ ਸਨ। ਅੰਮ੍ਰਿਤਸਰ ਦੇ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਇਹ ਕਣਕ ਦੀ ਵੱਡੀ ਗੜਬੜੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਕਮੇਟੀ ਵੀ ਜਿਵੇਂ ਉਹ ਜਾਣਕਾਰੀ ਦੇ ਰਹੇ ਸਨ ਕਿ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਗੜਬੜੀ ਪਾਈ ਗਈ ਹੈ, ਉਹ ਉਸ ਦੇ ਵਿੱਚ ਕੀ ਕੌਣ ਇਨਵੋਲਵਡ ਹੈਗਾ, ਉਸ ਦੇ ਉੱਤੇ ਕੀ ਕੁਝ ਕਾਰਵਾਈ ਹੋ ਸਕਦੀ ਹੈ ਤੇ ਨਾਲ ਹੀ ਇਹ ਵੀ ਕਿ ਜਿਹੜੀ ਕਣਕ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਘਾਟਾ ਜਿਹੜਾ ਨਜ਼ਰ ਆਇਆ ਉਸ ਦੇ ਵਿੱਚ ਉਹ ਕਿੱਥੋਂ ਰਿਕਵਰੀ ਹੋ ਸਕਦੀ ਹੈ ਉਹ ਵੀ ਦੇਖਿਆ ਜਾ ਰਿਹਾ ਜਿੱਥੋਂ ਵੀ ਜਾਣਕਾਰੀ ਮਿਲ ਰਹੀ ਹੈ। ਤੇ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ। ਰਾਜੀਵ, ਕੀ ਕੁਝ ਜਾਣਕਾਰੀ ਹੈ? ਮੰਤਰੀ ਸਾਹਿਬ ਖੁਦ ਵੀ ਜਾਣਕਾਰੀ ਦੇ ਰਹੇ ਸਨ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਲੇਕਿਨ ਇੰਨੀ ਵੱਡੀ ਮਾਤਰਾ ਦੇ ਵਿੱਚ ਗੜਬੜੀ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਦੇ ਨਾਲ ਹੈਰਾਨੀ ਵਾਲੀ ਗੱਲ ਹੈ। जी बिल्कुल अर्शदीप, जिस तरीके दे नाल भारत भूषण आशू जो कि मंत्री ने मौजूदा उन्होंने भी जानकारी दी, पर सब तो वड्डा सवाल ये है कि आखिरकार ये एक दिन दे विच या रातों रात इन्नी वड्डी गड़बड़ी नहीं हो सकती। तो जिथों तक सवाल इंस्पैक्टर जसदेव सिंह दा तां उस दे बारे ये जानकारी मिली है कि वो विदेश दे विच और दुबई दे विच रह रहा। तो पिछले कई असीं कह सकते कि सालों तो कई महीनों तो ये पूरा जिहड़ा काला कारोबार है या जिहड़ी ये पूरी असीं कह सकते कि जिहड़ा एक नैक्सस सी एक, क्योंकि एक शख्स इस एडी वड्डी गड़बड़ी नूं अंजाम नहीं दे सकता। तो हुण भावें जो जसदेव सिंह है जो इंस्पैक्टर उसके खिलाफ एफआईआर भी दर्ज करवाई गई है, दूसरे पासे 2 अधिकारी जिहड़े ने डीएफएसओ अते एएफएसओ नूं सस्पेंड किया गया, दूसरे पासे जिहड़े मौजूदा डीएफएससी ने राजरिषी महरा उन्हां वल्लों ही ये जिहड़ी शिकायत पुलिस नूं दित्ती गई सी। पर सवाल फिर जो मैं पहलां कहा कि बहुत वड्डा सवाल है कि 20 करोड़ रुपए की गड़बड़ी वो भी शुरुआती जांच की नाल गल कही जा रही है। तो इस गड़बड़ी दे विच होर भी
ਵਾਧਾ ਹੋ ਸਕਦਾ, ਕਿਉਂਕਿ ਹਾਲੇ ਵੱਖ-ਵੱਖ ਥਾਵਾਂ ਤੇ ਰੇਡਸ ਕੀਤੀਆਂ ਜਾ ਰਹੀਆਂ ਨੇ। ਜਿਹੜੀ ਕਮੇਟੀ ਬਣਾਈ ਗਈ ਹੈ ਵਿਭਾਗ ਵੱਲੋਂ, ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਇਹ ਅੰਦੇਸ਼ਾ ਜਿਹੜਾ ਜਤਾਇਆ ਜਾ ਰਿਹਾ ਕਿ ਇਸ ਗੜਬੜੀ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਪਰ ਸਭ ਤੋਂ ਫਿਰ ਉਹੀ ਸਵਾਲ ਕਿ 1 2 ਜਾਂ 3 ਅਧਿਕਾਰੀ ਇੰਨੀ ਵੱਡੀ ਗੜਬੜੀ ਨਹੀਂ ਕਰ ਸਕਦੇ, ਕਿਉਂਕਿ ਜਿਸ ਤਰੀਕੇ ਦੇ ਨਾਲ 7 ਕੁੱਲ ਗੋਦਾਮ ਦੱਸੇ ਜਾ ਰਹੇ ਨੇ ਜਿੱਥੋਂ ਇਹ ਪੂਰੀ ਕਣਕ ਜਿਹੜੀ ਹੈ, ਔਰ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ 87,000 ਕੁਇੰਟਲ ਦੇ ਕਰੀਬ ਦੱਸਿਆ ਜਾ ਰਿਹਾ ਕਿ ਹੁਣ ਤੱਕ ਜਿਹੜੀ ਜਾਂਚ ਕੀਤੀ ਗਈ ਹੈ, ਤਾਂ ਉੱਥੇ ਇਹ ਜਿਹੜੀ ਕਣਕ, ਸਭ ਤੋਂ ਇੱਕ ਹੋਰ ਅਹਿਮ ਚੀਜ਼ ਦੱਸਣੀ ਚਾਹੁੰਦਾ ਕਿ ਇਹ ਉਹ ਕਣਕ ਹੈ ਜਿਹੜੀ ਕਿ ਪੰਜਾਬ ਦੇ ਗਰੀਬ ਲੋਕਾਂ ਨੂੰ ਦਿੱਤੀ ਜਾਣੀ ਸੀ। ਜਿਹੜੀ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਜਿਹੜੀ ਕਣਕ ਵੰਡੀ ਜਾਂਦੀ, ਉਸ ਦੇ ਵਿੱਚ ਗੜਬੜੀ ਕੀਤੀ ਜਾ ਰਹੀ ਹੈ। ਤਾਂ ਇਹ ਬਹੁਤ ਵੱਡਾ ਸਵਾਲ, ਪੂਰੇ ਵਿਭਾਗ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਪਰ ਵੱਡਾ ਸਵਾਲ ਖੜਾ ਹੁੰਦਾ। ਹੁਣ ਜ਼ਰੂਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਖਤੀ ਵਰਤ ਰਹੇ ਹਾਂ, ਚਾਰਜ ਸ਼ੀਟ ਫਾਈਲ ਕੀਤੀ ਜਾ ਰਹੀ ਹੈ, ਮਾਮਲਾ ਵਿਜੀਲੈਂਸ ਨੂੰ ਵੀ ਦਿੱਤਾ ਜਾ ਰਿਹਾ, ਪਰ ਇੰਨੀ ਦੇਰ ਤੋਂ ਪੂਰਾ ਵਿਭਾਗ ਕਿੱਥੇ ਸੀ? ਉਦੋਂ ਕਿਉਂ ਇਹ ਕਾਰਵਾਈ ਨਹੀਂ ਕੀਤੀ ਗਈ? ਔਰ ਹੁਣ ਜਦੋਂ ਇਹ ਪਤਾ ਲੱਗ ਰਿਹਾ ਕਿ ਇਹ ਇੰਸਪੈਕਟਰ ਜਿਹੜਾ ਉਹ ਦੇਸ਼ ਛੱਡ ਕੇ ਵਿਦੇਸ਼ ਵੀ ਜਾ ਚੁੱਕਿਆ, ਜਿਸ ਦੇ ਫੋਨ ਕਈ ਮਹੀਨਿਆਂ ਤੋਂ ਬੰਦ ਸੀ, ਉਸ ਦਾ ਜਿਹੜਾ ਸੰਪਰਕ ਹੈ ਵਿਭਾਗ ਦੇ ਨਾਲ ਕਈ ਮਹੀਨਿਆਂ ਤੋਂ ਨਹੀਂ ਹੋ ਰਿਹਾ ਸੀ, ਤਾਂ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਔਰ ਹੁਣ ਜੇਕਰ ਗੱਲ ਕਹੀ ਜਾ ਰਹੀ ਕਿ ਅਸੀਂ ਰਿਕਵਰੀ ਵੀ ਕਰਾਂਗੇ, ਜਿਸ ਤਰੀਕੇ ਦੇ ਨਾਲ ਮੰਤਰੀ ਸਾਹਿਬ ਜੁੜੇ ਸੀ ਸਾਡੇ ਨਾਲ, ਉਹਨਾਂ ਨੇ ਵੀ ਇਹ ਗੱਲ ਕਹੀ, ਪਰ ਇਹ ਪਹਿਲਾਂ ਕਿਉਂ ਧਿਆਨ ਨਹੀਂ ਰੱਖਿਆ ਜਾਂਦਾ? ਜਦੋਂ ਇੰਨੇ ਵੱਡੇ ਘੁਟਾਲੇ ਜਾਂ ਇੰਨੀਆਂ ਵੱਡੀਆਂ ਗੜਬੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਕੁਝ ਅਫਸਰਾਂ ਦੇ ਸਿਰ ਤੇ ਸਾਰੀ ਗੱਲ ਮੜ ਦਿੱਤੀ ਜਾਂਦੀ ਹੈ। ਤਾਂ ਜ਼ਰੂਰਤ ਇਸ ਚੀਜ਼ ਦੀ ਜਾਂਚ ਕਰਨ ਦੀ ਕਿ ਆਖਿਰਕਾਰ ਇਸ ਦੀ ਜੜ ਕਿੱਥੇ ਹੈ, ਕਿਹੜਾ ਪੂਰਾ ਨੈਕਸਸ ਕਿਸ ਤਰੀਕੇ ਦੇ ਨਾਲ ਇਹ ਚੱਲਦਾ, ਤਾਂ ਕਿ ਜਿਹੜੇ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਹੈ ਉਹਨਾਂ ਤੱਕ ਸਹੀ ਢੰਗ ਦੇ ਨਾਲ ਪਹੁੰਚ ਸਕੇ। ਜੀ ਅਰਸ਼ਦੀਪ ਜੀ, ਸ਼ੁਕਰੀਆ ਰਾਜੀਵ ਪੂਰੀ ਜਾਣਕਾਰੀ ਦੇ ਲਈ। ਤਾਂ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋ ਰਹੀ ਹੈ, ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸਨ ਕਿ ਵੱਡੀ ਮਾਤਰਾ ਦੇ ਵਿੱਚ ਕਣਕ ਹੈ ਜਿਹੜੀ ਉਹ ਕਮੀ ਪਾਈ ਗਈ ਹੈ ਗੋਦਾਮਾਂ ਦੇ ਵਿੱਚ, ਤੇ ਹੁਣ ਇਹ ਜਿਹੜੀ ਗੜਬੜੀ ਹੈ ਜਿਹੜੀ ਸਾਹਮਣੇ ਆਈ ਹੈ, ਤੇ ਹੁਣ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਜਾ ਰਹੀ ਹੈ। ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਉਹ ਵੀ ਸਾਡੇ ਨਾਲ ਜੁੜੇ ਸੀ, ਕਹਿ ਰਹੇ ਸਨ ਕਿ ਕਾਰਵਾਈ ਕੀਤੀ ਜਾ ਰਹੀ ਹੈ, ਰਿਕਵਰੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਵੀ ਉਹਨਾਂ ਨੂੰ ਖਬਰਾਂ ਮਿਲ ਰਹੀਆਂ ਨੇ ਉੱਥੋਂ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਕਾਰਵਾਈ ਕੀ ਕੁਝ ਹੋਏਗੀ ਉਸ ਦੇ ਬਾਰੇ ਵੀ ਸਲਾਹ ਮਸ਼ਵਰਾ ਜਿਹੜਾ ਹੈ ਉਹ ਕੀਤਾ ਜਾਏਗਾ।